ਜੀ ਸੁਣਿਆ ਹੈ ਕਿ ਭਾਈ ਉਹਦਾ ਇੱਕ ਐਗਜ਼ਿਸਟੈਂਸ਼ੀਅਲ ਪ੍ਰੋਬਲਮ ਹੈ, ਕੋਈ ਪ੍ਰੋਬਲਮ ਦੀ ਗੱਲ ਹੈ, ਕੋਈ ਮਾਈਗ੍ਰੇਸ਼ਨ ਹੈ, ਉਹ ਸਾਰੀਆਂ ਚੀਜ਼ਾਂ ਨੇ। ਨਹੀਂ ਸਵਾਲ ਪੁੱਛਣਾ ਚਾਹੁੰਦੀ ਉਹ ਚੋਲਾ ਸੀ ਜਦੋਂ ਤੁਸੀਂ ਲਿਖਿਆ ਮਹਾਭਾਰਤ ਤੇ ਉਹ ਕਿੰਨੀ ਪੁਰਾਣੀ ਗੱਲ ਹੈ, ਅੱਜ ਤੁਸੀਂ ਜਿਹੜੀ ਸ਼ਾਇਰੀ ਕਰ ਰਹੇ ਹੋ, ਹਾਊ ਇਜ਼ ਇਟ ਡਿਫਰੈਂਟ ਔਰ ਹੈਵ ਯੂ ਡਿਵੀਏਟਡ ਫਰਮ दैट ਔਰ ਯੂ ਸਟਿਲ in the same state of mind where you have grown and separated yourself from ਨਹੀਂ that? ਯਾਰ ਨੀਲਮ ਤੂੰ ਗਰੋਨ ਦਾ ਮਤਲਬ ਹੈ ਕਿ ਉਹ ਕਾਕੇ ਜਦੋਂ ਕਾਕਾ ਸੀ ਉਹਨੇ ਲਿਖੀ ਹੈ। ਮੇਰਾ ਮਤਲਬ ਹੈ ਤੇ ਹੁਣ grown। ਅੱਛਾ ਕਿੰਨੇ ਵੱਡੇ ਸਾਲ ਹੋ ਚਲੋ ਇਹ ਦੱਸ ਉਹੀ ਗੱਲ ਨਹੀਂ ਉਹ ਦੇਖੋ ਜੀ ਉਹਨਾਂ ਦਾ ਕਲਾਸਿਕ ਹੈ ਦੇਖੋ ਸ਼ਾਇਰੀ ਮੈਂ ਅਗਰ ਥੋੜਾ ਇਜਾਜ਼ਤ ਪਈ ਹਾਂਜੀ ਤੁਸੀਂ ਕਰੋ ਜੀ ਸਰਵਤ ਜੀ। ਪੋਇਟਰੀ ਜਿਹੜੀ ਹੈ ਨਾ ਉਹਦੇ ਚ ਟਾਈਮ ਨਹੀਂ ਹੁੰਦਾ ਗਾਲਿਬ ਉਹਨਾਂ ਦੱਸਣਗੇ ਨਹੀਂ ਉਹ ਦੱਸਦਾ ਨਹੀਂ ਮੇਰੇ ਤੱਕ ਉਹ ਸਦਰ ਹੈ। ਮੇਰੇ ਤੱਕ ਤੇ ਪੋਇਟਰੀ ਪਹੁੰਚੀ ਹੈ ਨਾ, ਉਹਨੇ ਨਾਲ ਹੈ तो लिखा ये मैंने काका था मैं जब ਉਹ ਹਜ਼ਰਤ ਉਹਨੂੰ ਕਿਸੇ ਆਪਣੇ ਰਿਪੋਰਟਰ ਨੇ ਕਿਹਾ ਜੀ ਹੈ ਸੁਣੀ ਦਿੱਤੀ ਜੋ ਉਹਨੇ ਕਿਹਾ ਕਿ ਇਹ ਕੀ ਹੈ ਭਾਈ, ਉਹਨੇ ਕਿਹਾ ਸਾਰਾ ਤਨ ਸੇ ਕੀ ਹੈ, ਉਹਨੇ ਕਿਹਾ ਵੀ ਨਾਲ ਲਿਖਦੇ explanation is the death of poetry. Explain ਕੀਤਾ तो गया, उधर टच भी नॉट है ना, मतलब हाथ लाया तो गया, तो वो ਜਿਹੜੀ कहती है और शायरी ਦਾ ਤਾਲੁਕ ਕੋਈ ਨਹੀਂ ਹੁੰਦਾ, ਉਹ ਤੇ ਟ੍ਰਾਂਸੈਂਡ ਕਰ ਜਾਂਦੀ ਹੈ, ਜ਼ਮਾਨੇ ਤੋਂ ਨਿਕਲ ਜਾਂਦੀ। ਗਾਲਿਬ ਨੇ ਜਿਹੜਾ ਸ਼ੇਰ ਜਿਹੜਾ ਹਰ ਜ਼ਮਾਨੇ ਚ ਨਕਸ਼ ਕਰੀ ਆਦੀ है, वो मिसाल को याद है और का अच्छा जी आप जब थे लड़कपन में तो आपने जब कबीर लाया करते थे तो उस वक्त आई तो उसके बाद ग्रोथ क्या हुई, तो ग्रोथ की होती है भाई। और लफज निकल गया ਮੇਰਾ ਮਤਲਬ ਹੈ ਕਿ ਉਦੋਂ ਕਿੰਨੇ ਸਾਲ नीलम तू एक्चुअली तेरा ਜਿਹੜਾ ਨਾ ਸਬਜੈਕਟਿਵ ਜੀ ਇੱਕ ਡਾਇਲਮਾ ਹੈ ਕਿ ਤੂੰ ਸੋਚ ਰਹੀ ਹੈ ਕਿ ਜਦੋਂ ਮੈਂ ਉਹ ਸਟੋਰੀ ਲਿਖੀ ਸੀ ਮੈਂ 16 ਸਾਲ ਦੀ ਸੀ, ਗਰੋਥ ਨਹੀਂ ਹੋ ਰਹੀ। ਨਹੀਂ ਵੈਸੇ ਤੁਸੀਂ ਕਿੰਨੀ ਉਮਰ ਦੀ ਲੇਕਿਨ ਆਹੋ ਰੋਟੀ ਸਾਲ ਦੇ ਪਪਾ ਭਾਰ ਤੋਂ ਹਾਲੇ ਵੀ ਪਪਾ ਭਾਰ ਹੀ ਹੋ ਮੈਂ ਚਾਹ ਰਿਹਾ ਸੀ ਪਰ ਜੁੱਤੀਆਂ ਪਾਈਆਂ ਸਾਡੀ ਅਜੀਤ ਕੌਰ ਹੈ ਨਾ, ਅਜੀਤ ਕੌਰ ਆਈ ਉੱਥੇ ਤੇ ਉਹ ਸਾਡਾ ਇੱਕ ਯਾਰ ਸੀ ਰਣਵੀਰ ਕਾਲੇਕਰ, ਪੇਂਟਰ ਸੀ, ਬੜਾ ਵੱਡਾ ਪੇਂਟਰ ਹੈ ਇੰਡੀਆ ਦਾ। ਤੇ ਰਣਵੀਰ ਜਿਹੜਾ ਸੀ ਨਾ ਉਹ ਮੇਰੀ ਗਲੀ ਦੇ ਨਾਲ ਦੂਜੀ ਗਲੀ 'ਚ ਰਹਿੰਦਾ ਸੀ ਤੇ ਰੋਜ਼ ਅਸੀਂ ਮਿਲਦੇ ਸੀ, ਉੱਥੇ ਆਪਣਾ ਕੰਮ ਕਰਨ ਆਇਆ ਸੀ ਇੰਗਲੈਂਡ ਦੇ ਵਿੱਚ ਤੇ ਰੋਜ਼ ਮੇਰੇ ਕੋਲ ਆਉਣਾ ਬਹਿਣਾ। ਤੇ ਜਦੋਂ ਅਜੀਤ ਆਈ ਨਾ ਤਾਂ ਉਹਨੇ ਰਣਵੀਰ ਨੂੰ ਕਿਹਾ ਵੀ ਰਣਵੀਰ ਇਹ ਜਿਹੜਾ ਉਮਰਾਂ ਲੰਘੀਆਂ ਪੱਬਾਂ ਭਾਰ ਜਿਹੜਾ ਲਿਖਿਆ ਸੀ ਖਾਜਾ ਫਰੀਦ ਨੇ, ਖਾਜਾ ਫਰੀਦ ਉਹ ਕਿੰਨੀ ਉਮਰ ਦਾ ਸੀ? ਉਹ ਰਣਵੀਰ ਕਹਿਣ ਲੱਗਾ ਕਿ ਉਹ ਖਾਜਾ ਫਰੀਦ ਨੇ ਕਦੋਂ ਲਿਖਿਆ ਸੀ, ਉਹ ਤਾਂ ਮਦਦ ਸਿਰਫ ਨੇ ਲਿਖਿਆ। ਅੱਛਾ ਮੈਨੂੰ ਪਤਾ ਹੀ ਨਹੀਂ ਹੈ, ਮਦਦ ਸਿਰਫ ਨੇ ਕਿੱਦਾਂ ਲਿਖ ਸਕਦਾ ਹੈਗਾ? ਉਹ ਹੈ ਨਾ ਮੇਰੇ ਘਰ ਆ ਅਜੀਤ ਵੀ ਦਿਓ ਤੇ ਮੈਨੂੰ ਦੇਖ ਕੇ ਨਾ ਪਾਪਾ ਪਾਗਲ ਹੋ ਗਏ, ਕਹਿੰਦੀ ਵੇ ਤੂੰ ਲਿਖਿਆ, ਤੂੰ ਲਿਖਿਆ, ਕਹਿੰਦੀ ਲੈ ਤੈਨੂੰ ਕਿਹੜੇ ਦੁੱਖ ਲੱਗ ਗਏ ਐ गली शरीय मतलब बाहर निकले आके भाई जरा सुलह सुलह टाइम तो हो गया बंदे जो सफर उन्होंने कहा भाई मैं अनवर मकसूद हूँ, उन्होंने कहा तू अनवर मकसूद है? और रंबीर ने कहा तू लिखे तो
ਇੱਕ ਕਿਸੇ ਸ਼ਹਿਰ ਦਾ ਮਸ਼ਹੂਰ ਹੋਣਾ ਜਿਹੜਾ ਨਾ ਉਹਦੀ ਇੱਕ ਅਜ਼ਾਬ ਹੀ ਪੜਦਾ ਉਹ ਫਿਰ ਮੈਂ ਸੁਣਾ ਲਿਆ ਤੇ ਮਜ਼ਹਬ ਦਾ ਮੈਂ ਘਾਟ ਢੂੰਢ ਰਿਹਾ ਮਾਡਲ ਟਾਊਨ ਵਿੱਚ ਤੇ ਉਹ ਮੈਨੂੰ ਮਿਲ ਰਿਹਾ ਮੈਂ ਲੋਕਾਂ ਨੂੰ ਪੁੱਛਿਆ ਵੀ ਮਜ਼ਹਬ ਸਾਹਿਬ ਮਾਈਕ ਅੱਗੇ ਕਰਦੇ ਯਾਰ ਕਿੱਥੇ ਰਹਿੰਦੇ ਨੇ ਉਹ ਅਗੇ ਸਾਨੂੰ ਨਹੀਂ ਪਤਾ ਸਾਨੂੰ ਨਹੀਂ ਤੇ ਉਹ ਜਿਹੜਾ ਗੇਟਡ ਕਮਿਊਨਿਟੀ ਸੀ ਉਹ ਗਾਰਡ ਜਿਹੜੇ ਖੜੇ ਸੀ ਮੈਂ ਕਿਹਾ ਬਈ ਇਹ ਮਜ਼ਹਬ ਸਾਹਿਬ ਕਿੱਥੇ ਉਹਨਾਂ ਨੇ ਸਾਨੂੰ ਨਹੀਂ ਪਤਾ ਮੈਂ ਕਿਹਾ ਯਾਰ ਉਹ ਪੱਬਾਂ ਭਾਰ ਤੋਂ ਸੁਣਿਆ ਕਹਿੰਦਾ ਉਹ ਪੱਬਾਂ ਭਾਰ ਵਾਲੇ ਉੱਥੇ ਰਹਿੰਦੇ ਵਾਹ ਵਾਹ ਮੈਂ ਵੈਸੇ ਬਣਾਇਆ ਲਤੀਫਾ ਮੈਂ ਇਹਨੂੰ ਕਿਹਾ ਮਜ਼ਹਬ ਨੂੰ ਮੈਂ ਕਿਹਾ ਮਜ਼ਹਬ ਯਾਰ ਤੂੰ ਤੇ ਬੜਾ ਮਸ਼ਹੂਰ ਬੰਦਾ ਹੋ ਗਿਆ ਕਿਉਂ ਮੈਂ ਕਿਹਾ ਯਾਰ ਮੈਂ ਸਾਰੇ ਬੰਦਿਆਂ ਨੂੰ ਪੁੱਛ ਰਿਹਾ ਕਿ ਮਜ਼ਹਬ ਸਾਹਿਬ ਕਿੱਥੇ ਰਹਿੰਦੇ ਕੋਈ ਬੰਦਾ ਜਾਣਦਾ ਮੈਂ ਕਿਹਾ ਬਈ ਉਹ ਪੱਬਾਂ ਕਹਿੰਦਾ ਜੀ ਉਹ ਉੱਥੇ ਸਾਡੇ ਕਾਲਜ ਵਿੱਚ ਨਾ ਇੱਕ ਕਲਚਰ ਹੁੰਦਾ ਸੀ ਬਦਮਾਸ਼ਾਂ ਪਾਰਟੀ ਦੇ ਲੋਕ ਨਾਲ ਪਾਰਟੀ ਤੇ ਉੱਥੇ ਇੱਕ ਵੀਦਾ ਬਦਮਾਸ਼ ਹੁੰਦਾ ਸੀ ਉਹ ਬੜਾ ਇੰਟਰਸਟਿੰਗ ਆਦਮੀ ਸੀ ਮਤਲਬ ਉਸ ਕਿਸਮ ਦੇ ਬਦਮਾਸ਼ ਨਹੀਂ ਉਹ ਪੁਰਾਣੇ ਜ਼ਮਾਨੇ ਦੇ ਬਦਮਾਸ਼ ਨੇ ਬੜੇ ਸਟਾਈਲ ਵਿੱਚ ਪਾਜਾਂ ਦਾ ਵਿੱਚ ਬੈਠਿਆ ਹੈ ਉਹ ਯਾਰ ਪਰੰਪਰਾ ਹੋ ਜਾਓ ਯਾਰ ਡੱਬ ਵਿੱਚ ਆਪ ਹੀ ਦੱਸਣਾ ਉਹ ਮਜ਼ਾ ਬੜੇ ਮਜ਼ੇਦਾਰ ਹੁੰਦੇ ਸੀ ਤੇ ਉਹਨੂੰ ਮੇਰੇ ਵੀ ਦੇ ਯਾਰ ਤੂੰ ਕਿੱਥੇ ਰਹਿਣਾ ਕਹਿੰਦਾ ਤੁਸੀਂ ਪਾਤੀ ਇਹ ਤਾਂ ਉੱਥੇ ਰੋਰੇ ਪਏ ਹੋਣਗੇ ਰੋਰੇ ਤੁਸੀਂ ਰੋਰੇ ਨੂੰ ਕਹਿਣਾ ਅਸਲਾਮ ਅਲੈਕਮ ਰੋਰੇ ਕਹਿਣਗੇ ਵਾਹ ਕਹਿਣਗੇ ਵਾਹ ਤੁਸੀਂ ਪੁੱਛਣਾ ਮੌਲਵੀ ਚਰਾਗਦੀਨ ਦਾ ਪੁੱਤਰ ਵੀ ਕਿੱਥੇ ਉਹ ਫਿਰ ਰੋੜੇ ਰੋੜੇ ਨੂੰ ਪਤਾ ਉਹ ਰੋੜੇ ਰੋੜੇ ਨੂੰ ਪਤਾ ਤੇ ਤੈਨੂੰ ਕਿਉਂ ਨਹੀਂ ਪਤਾ ਭਾਈ ਬੱਬਾ ਭਾਰ ਸਾਰੇ ਖੜੇ ਨੇ ਰੋੜਾ ਰੋੜਾ ਦੱਸਦੇ ਤੇ ਕੋਲ ਦੀ ਅਸੀਂ ਲੰਡਨ ਵਿੱਚ ਬੈਠੇ ਹਾਂ ਤੇ ਬਾਹਰ ਤੇ ਉਹਦੇ ਬਾਹਰ ਇੱਕ ਪੇਮੈਂਟ ਹੁੰਦੀ ਨਾ ਬਾਹਰ ਦੇ ਬਾਹਰ ਅਸੀਂ ਬਾਹਰ ਬੈਠੇ ਮੈਂ ਤੇ ਮਜ਼ਹਬ ਤੇ ਮਜ਼ਹਬ ਨੇ ਨਾ ਉਹ ਅੰਗਰੇਜ਼ੀ ਚ ਉਹਦੀ ਪਲੇ ਲਿਖੀ ਸੀ ਲਾਈਫ ਟਾਈਮ ਔਨ ਟਿਪ ਲਾਈਫ ਟਾਈਮ ਔਨ ਟਿਪ ਟੋਸ ਇਹਦਾ ਤਰਜਮਾ ਉਹ ਇੱਕ ਇਨਵੀਟੇਸ਼ਨ ਕਾਰਡ ਹੈ ਜਿੱਤੇ ਲਿਖਿਆ ਹੈ a lifetime on tiptoes ਮੇਰੇ ਕੋਲ ਉਹ ਮੈਨੂੰ ਦਿੱਤਾ ਹੈ ਮੈਂ ਪੜ੍ਹ ਰਿਹਾ ਇੱਕ ਅੰਗਰੇਜ਼ ਫਕੀਰ ਆ ਉਹ ਕਹਿੰਦਾ ਜੀ ਮੈਂ ਬੜੀ ਦੂਰ ਜਾ could you please help my hand ਮੈਨੂੰ ਕੋਈ ਪੈਸੇ ਸ਼ੈਸੇ ਦੇ ਦਿਓ ਮੈਂ ਉਹਨੂੰ ਕਾਰਡ ਦੇ ਦਿੱਤਾ ਉਹਨੇ ਦੇ ਗਿਆ ਉਹ ਕਹਿੰਦਾ ਹੈ ਕਿ ਤੂੰ ਮੈਨੂੰ ਦਿੱਤਾ ਹੈ ਮੈਂ ਕਿਹਾ ਲਾਈਫ ਟਾਈਮ ਔਨ ਟਿਪਟੋਸ ਭਾਈ ਪੈਦਲ ਜਾ ਸਾਡੇ ਕੋਲ ਪੈਸੇ ਨਾ ਉਹ ਬੰਦਾ ਮਸ਼ਹੂਰੀ ਤੇ ਅਸੀਂ ਭਾਈ ਪੰਮਾ ਪਾ ਲੇਕਿਨ ਮੈਂ ਤੁਹਾਨੂੰ ਦੱਸ ਦਿਆਂ ਕਿ ਪੰਮਾ ਪਾ ਜਿਹੜਾ ਹੈ ਜਸਟ ਮਤਲਬ ਇੱਕ ਪਪੂਲਰ ਚੀਜ਼ ਹੈ ਉਹਦੀ ਜਿਹੜੀ ਮਤਲਬ ਸੀਰੀਅਸ ਪੋਇਟਰੀ ਹੈ ਬੜੀ ਡੀਪ ਔਰ ਬੜੀ ਮਤਲਬ ਬਿਊਟੀਫੁਲ ਬਾਬਾ ਤੁਸੀਂ ਸੀਰੀਅਸ ਨਹੀਂ ਸਮਝਦੇ ਨਹੀਂ ਮੇਰਾ ਮਤਲਬ ਉਹ ਇੱਕ ਲਿਰਿਕਲ ਮਤਲਬ ਨਾ ਇੱਕ ਜਿਹਨੂੰ ਕਹਿੰਦੇ ਸੁਰਤ ਬੁਲਾ ਕੇ ਫੌਰਨ ਸਮਝ ਆ ਜਾਣਾ ਪਪੂਲਰ ਇੱਕ ਈਡੀਐਮ ਲਿਰਿਕਲ ਮਤਲਬ ਗੀਤ ਲਿਖਣਾ ਜਿਸ ਤਰ੍ਹਾਂ ਹੈ ਉਹ ਸੈਂਸ ਵਿੱਚ ਮੈਂ ਗੱਲ ਕਰ ਰਿਹਾ ਲੇਕਿਨ ਜਿਹੜੀ ਪ੍ਰੋਫਾਉਂਡਿਟੀ ਉਹਦੀ ਸ਼ਾਇਰੀ ਹੈ ਜਿਹੜੇ ਉਹਦੇ nuances ਨੇ ਜਿਹੜੀ ਸਬਟਲਟੀਜ਼ ਨੇ ਉਹ ਬਹੁਤ ਇੰਪੋਰਟੈਂਟ ਨੇ ਔਰ ਬੜੀ ਮਤਲਬ ਅਟੈਂਸ਼ਨ ਮੰਗਦੇ ਨੇ ਇਹਦੇ ਤੋਂ ਇਲਾਵਾ ਇਹਦੇ ਇੱਕ ਸਮਝ ਤੋਂ ਤੁਸੀਂ ਇੱਕ ਪਪੂਲਰ ਲਾਈਨ ਹੈ ਨਾ ਲੇਕਿਨ ਅਸਲ ਤੇ ਬੜੀ ਡੀਪ ਉਹਦੀ ਸ਼ਾਇਰੀ ਹੈ ਔਰ ਉਹ ਡਾਇਨਾਮਾਜ਼ ਹੁੰਦੇ ਨੇ ਮਤਲਬ ਬੰਦੇ ਜਿਹੜਾ ਬਾਹਰ ਰਹਿੰਦਾ ਹੈ ਤੇ ਫਿਰ ਇੱਥੇ ਆਉਂਦਾ ਹੈ ਜੋ ਵੀ ਹੈ ਤੇ ਉਹਦੇ 'ਚ ਫਲਸਫੇ ਨੇ ਦੋ ਤਿੰਨ ਕਿ ਵੀ ਗਰਾਊਂਡ ਆਫ ਬੀਇੰਗ ਕੀ ਹੈ ਬਈ ਕਿ ਤੁਹਾਡੀ ਗਰਾਊਂਡ ਆਫ ਬੀਇੰਗ ਜਿਹੜੀ ਹੈਗੀ ਹੈ ਖਿੱਤਾ ਅਹਿਸਾਸ ਜਿੱਥੇ ਤੁਸੀਂ ਹੱਡ ਬੀਤੀ ਤੁਹਾਡੇ ਮੌਸਮ ਤੁਹਾਡੇ ਪਰਿੰਦੇ ਤੁਹਾਡੀਆਂ
ਐਕਸਪੀਰੀਅੰਸਸ ਉਹ ਤੋਂ ਤੁਹਾਡਾ ਖਮੀਰ ਬਣਦਾ ਹੈ, ਕੈਮਿਸਟਰੀ ਬਣਦੀ ਹੈ, ਉਹ ਫਿਰ ਇਸੇ ਮਾਈਗ੍ਰੇਟ ਕਰਦਾ ਹੈ, ਉਹ ਤੇ ਕੈਨੀਅਨ ਵਰਲਡ ਹੈ, ਉਹ ਫਿਰ ਉਹਦਾ ਨੈਗੋਸ਼ੀਏਟ ਕਰਦਾ ਹੈ ਤੇ ਉਹ ਸਾਰੀਆਂ ਚੀਜ਼ਾਂ ਨੇ ਕਿ ਵੀ ਉਹ ਲੋਕੇਸ਼ਨ ਆਫ ਕਲਚਰ ਜਿਹੜੀ ਕਿਸ ਤਰ੍ਹਾਂ ਬਦਲਦੀ ਹੈ, ਉਹ ਫਿਰ ਉਹ ਨੈਗੋਸ਼ੀਏਟ ਕਰਦਾ ਹੈ, ਫਿਰ ਉਹ ਐਂਬੀਵੈਲੈਂਸ ਵਿੱਚ ਰਹਿੰਦਾ ਹੈ, ਕਦੀ ਉਹ ਹੇਟ ਕਰਦਾ ਉਹਨੂੰ, ਕਦੀ ਅਦਰ ਨੌਸਟੈਲਜੀਆ ਉਹਨੂੰ ਹੁੰਦਾ ਹੈ, ਉਹ ਪਿੱਛੇ ਮੁੜ ਜਾਂਦਾ ਹੈ ਬਹੁਤ ਜ਼ਿਆਦਾ। ਲੇਕਿਨ ਉਹ ਹੈ ਤੇ ਸੋਸ਼ੀਓਲੋਜੀਕਲ ਪ੍ਰੋਬਲਮ, ਸੋਸ਼ੀਓਲੋਜੀਕਲ ਯਾਨੀ ਐਸਪੈਕਟ ਕਹਾਣੀ ਹੈ ਕਿ ਜੀ ਉਹਦੇ ਵਿੱਚੋਂ ਨਿਕਲਿਆ ਕਿ ਸ਼ਾਇਰ ਨੇ ਉਹਨੂੰ ਕਿਸ ਨਾਲ ਰਿਸਪੌਂਡ ਕੀਤਾ ਕਿ ਜ਼ਮਾਨਾ ਇਹ ਵੀ ਹੋ ਰਿਹਾ ਜੀ, ਕੋਈ ਰਸ਼ੀਆ ਫਾਲ ਕਰ ਰਿਹਾ ਤੇ ਜੀ ਇਹ ਹੋ ਰਿਹਾ, ਉਹ ਮੇਰੇ ਵਾਸਤੇ ਵੀ ਹੈ, ਤੁਹਾਡੇ ਵਾਸਤੇ ਵੀ ਹੈ, ਲੇਕਿਨ ਸ਼ਾਇਰ ਨੇ ਉਹਨੂੰ ਕਿਸ ਨਾਲ ਰਿਲੇਟ ਕੀਤਾ ਇੰਡੀਵਿਜੂਅਲੀ ਕਿ ਵੀ ਤਰੱਕੀ ਪਸੰਦ ਸ਼ਾਇਰਾਂ ਨੇ ਇਸ ਤਰ੍ਹਾਂ ਟ੍ਰੀਟ ਕੀਤਾ ਉਹਨੂੰ, ਫੈਂਟਸੀ ਚਲੇ ਗਏ ਜਾਂ ਰੋਮੈਂਟਿਸਾਈਜ਼ ਕੀਤਾ। ਜਿਹੜੇ 60s ਦੇ ਲੋਕ ਸਨ ਉਹ ਬੜਾ ਐਗਜ਼ਿਸਟੈਂਸ਼ੀਅਲੀ ਉਹਨੂੰ ਫੀਲ ਕਰ ਰਹੇ ਸਨ, ਮਤਲਬ ਕਿ ਮਾਰਕਸਿਜ਼ਮ ਜਿਹੜਾ ਸੀ ਉਹ ਬੜਾ ਐਗਜ਼ਿਸਟੈਂਸ਼ੀਅਲੀ ਉਹ ਕਰ ਰਹੇ ਸਨ, ਯਾਨੀ ਕਿ ਇੰਡੀਵਿਜੂਅਲ ਜਿਹੜੇ ਮਸਲੇ, ਔਰ ਉਹਦੇ 'ਚ ਬੜੇ ਬੜੇ ਦੋਸਤ ਸਾਡੇ, ਬੜੇ ਬੜੇ ਯਾਰ ਸੁਸਾਈਡਲ ਹੋ ਗਏ, ਕੋਈ ਮਰ ਗਏ, ਕੋਈ ਉਹਨਾਂ ਨੇ ਸੁਸਾਈਡ ਕਰ ਲਈ। ਉਹ ਮੰਤਕਲ ਤਾਇਰ ਵਾਲੀ ਗੱਲ ਹੈ ਕਿ ਬਈ ਉਹ ਬਰਡਸ ਉਹ ਕਾਂਗਰਸ ਦੇ ਬਰਡ ਜੋ ਜਾਂਦੇ ਨੇ, ਕੁਛ ਮਰ ਜਾਂਦੇ ਨੇ, ਕੁਛ ਤੜਪ ਜਾਂਦੇ ਨੇ, ਕੁਛ ਸ਼ੱਕ ਇਸ ਪਰ ਮੁਬਤਲਾ ਹੋ ਜਾਂਦੇ ਨੇ ਕਿ ਨਹੀਂ ਹੈ ਕਿ ਨਹੀਂ, ਕੋਈ ਐਬਸਰਡਿਸਟ ਹੋ ਜਾਂਦੇ ਨੇ, ਕੋਈ ਮਾਰਕਸਿਸਟ ਹੋ ਜਾਂਦੇ ਨੇ, ਸੁਸਾਈਡਲ ਬੌਂਬਰਸ ਹੋ ਜਾਂਦੇ ਨੇ, ਤੇ ਉਹਨਾਂ 'ਚੋਂ ਸਰਵਾਈਵ ਕਰਨਾ ਔਰ ਉਹ ਸਾਰੇ ਐਕਸਪੀਰੀਅੰਸ ਨੂੰ ਕ੍ਰੀਏਟਿਵ ਉਹਦਾ ਰਿਲੇਸ਼ਨਸ਼ਿਪ ਦਾ ਕਿਸ ਤਰ੍ਹਾਂ ਕ੍ਰੀਏਟ, ਕਿਉਂਕਿ ਉਹ ਕ੍ਰੀਏਟਿਵਲੀ ਉਹਨੂੰ ਇਸ ਤਰ੍ਹਾਂ ਦੇਖਿਆ, ਸੋਸ਼ੀਓਲੋਜੀਕਲੀ ਤਾਂ ਚੱਲ ਰਹੀਆਂ ਨਾ ਚੀਜ਼ਾਂ ਕਿ ਇਹ ਟਰੰਪ ਆ ਗਿਆ, ਫਿਫਲਨ ਆ ਗਿਆ, ਲੇਕਿਨ ਸ਼ਾਇਰ ਜਿਹੜਾ ਉਹ ਸ਼ਾਇਰ ਜਿਹੜਾ ਹੈ ਆਪਣਾ ਮਜ਼ਹਬ ਜਿਹੜਾ ਹੈ ਉਹ ਤੇ ਬਹੁਤ ਡਿਟੇਲ ਔਰ ਬੜੀ ਜਿਹਨੂੰ ਕਹਿੰਦੇ ਨੇ ਇਨਸਿਗਨੀਫਿਕੈਂਟ, ਜਿਹਨੂੰ ਅਸੀਂ ਇਗਨੋਰ ਕਰਦੇ ਨੇ ਚੀਜ਼ਾਂ, ਉਹ ਇਨਸਿਗਨੀਫਿਕੈਂਟ ਨੂੰ ਸਿਗਨੀਫਿਕੈਂਟ ਬਣਾ ਦਿੰਦਾ ਹੈ, ਔਰ ਉਹਦੇ 'ਚੋਂ ਫਿਰ ਇੱਕ ਯੂਨੀਵਰਸਲ ਮੈਟਾਫਰ ਕੱਢਦਾ ਹੈ। ਤੁਸੀਂ ਦੇਖਿਆ ਹੋਣਾ ਸਾਰੀ ਛੋਟੀ ਛੋਟੀ ਚੀਜ਼ਾਂ ਨੇ, ਉਹ ਮੈਂ ਕਿਹਾ ਨਾ ਭੋਰਾ ਜਮਾ ਉਹ ਇਹ ਜਿਹੜੀ ਖੂਬਸੂਰਤੀ ਹੈ, ਵਰਨਾ ਦੇ ਮੂੰਹ ਸੁੱਜੇ ਹੁੰਦੇ ਨੇ, ਜਿਹਦੇ ਕੋਈ ਪੰਜਾਬੀ ਸ਼ੌਵਨਿਸਟ ਹੈ, ਜਿਹਦੇ ਕੋਈ ਫਲਸਫਾ ਕਰ ਰਿਹਾ, ਉਹ ਕੋਈ ਨਜ਼ਰੀਆ, ਉਹ ਇਹਦੇ 'ਚ ਨਹੀਂ ਹੈ, ਇਜ਼ ਅ ਵਿਸਪਰ, ਸ਼ਾਊਟ ਨਹੀਂ ਹੈਗਾ, ਵਿਸਪਰ। ਬਹੁਤ ਅੱਛਾ। ਹੋਰ ਗੱਲਾਂ ਕਰਾਂ ਨਹੀਂ ਮੈਂ ਜੋ ਨਜ਼ਰ ਗਿਆ ਉਹ ਮੈਨੂੰ ਖਾਣੇ ਹੀ ਦੱਸੀ ਜਾ ਰਿਹਾ ਕੀ ਕਹਿਣਾ। मैं तो बड़ा खुश है कि सारे यार बैठे हैं, शायरी जी है वो लिविंग है, हाँ बिल्कुल सारा कुछ सामने एक दूसरे ना मिलना देखना, मोहब्बत ਕਬੀਲਾ ਭਾਈ ਕਬੀਲਾ ਬੈਠਾ जफ्फी पानी हाँ। जिਵੇਂ ਤੂੰ ਕਹਿੰਦਾ ਨਾ ਹਾਂ, जफ्फी ਜੱਫੀ पानी ਪਾਓ। ਅਸੀਂ ਕਹਿੰਦੇ ਭਾਈ ਤੁਸੀਂ ਸਾਰੇ ਕਲਚਰ ਦਾ ਜੱਫੀਆਂ ਪਾਓ, ਆਗੋਸ਼ ਵੱਡੀ ਰੱਖੋ। ਇਹ ਹੈ ਕਿ ਬਕਵਾਸ ਲਿੰਗੁਇਸਟਿਕ ਦੇ ਜਨਾਬ ਪੋਲਿਟਿਕਸ ਹੈ, ਕਿਤੇ ਜ਼ਬਾਨ ਦੀ ਸਿਆਸਤ ਹੋ ਰਹੀ ਹੈ, ਕਿਤੇ ਮਜ਼ਹਬ ਦੀ ਸਿਆਸਤ ਹੋ ਰਹੀ ਹੈ, ਆਪਣਾ ਜੱਫੀ ਪਾਓ ਭਾਈ, ਠੀਕ ਹੈ। ਕਿਉਂਕਿ ਹਿਊਮਨਾਈਜ਼ ਕਰਨਾ ਪੋਇਟਰੀ ਦਾ ਕੰਮ ਕੀ ਹੈ, ਟੂ ਹਿਊਮਨਾਈਜ਼ ਕਿਸੇ ਵੀ ਚੀਜ਼ ਨੂੰ ਹਿਊਮਨਾਈਜ਼, ਪਰ ਜੁੱਤੀ ਨੂੰ ਹਿਊਮਨਾਈਜ਼ ਕਰ ਰਿਹਾ ਅਗਰ ਦੇਖਿਆ ਜਾਏ, ਯੂ ਨੋ ਸਮਾਲ ਥਿੰਗਸ ਉਹਨਾਂ ਨੂੰ ਐਨੀਮੇਟ ਕਰ ਦਿੰਦੇ, ਉਹਨੂੰ ਅਲਾਈਵ ਕਰ ਦਿੰਦੇ, ਉਹ ਫਿਰ ਉਹਨਾਂ ਨਾਲ ਜੱਫੀ ਪਾਈ ਹੈ। ਸ਼ਾਇਰ ਦਾ ਕੰਮ ਕੀ ਹੈ, ਇਹੀ ਹੈ ਨਾ, ਹਿਊਮਨਾਈਜ਼, ਵਰਨਾ ਤਾਂ ਫਿਰ ਪ੍ਰੋਟੈਸਟਰ ਦਾ ਬੈਠਾ ਹੁੰਦਾ ਹੈ ਲੇਕਿਨ ਮੈਂ ਇਹ ਹੋ ਜਾਂਦੀ ਹੈ, ਉਹ ਸੋਚ ਜਾਂਦੇ ਨੇ ਉਹ ਉਸ ਲੈਵਲ ਦੀ ਉਹ ਨਹੀਂ ਹੈ ਨਾ, ਉਹ ਨਜ਼ਰੀਆ ਤੇ ਫਲਾਣਾ ਜਾਂ ਪੰਜਾਬੀ ਸ਼ੌਰ ਕਹੋ ਜੀ ਹਮ ਪੰਜਾਬ ਭਾਈ ਤੂੰ ਪੰਜਾਬ ਕਰਨਾ ਤੇ ਤੂੰ ਗੱਲ ਕਰ, ਖੂਬਸੂਰਤ ਸ਼ਾਇਰੀ ਕਰ, ਖੂਬਸੂਰਤ ਡਰਾਮੇ ਲਿਖ ਪੰਜਾਬੀ ਵਿੱਚ, ਫਿਲਮਾਂ ਬਣਾ, ਕਿਤਾਬਾਂ ਛਾਪ ਪੰਜਾਬੀ ਵਿੱਚ, ਤੈਨੂੰ ਸ਼ੋਰ ਪਾਉਣ ਦੀ ਕੀ ਜ਼ਰੂਰਤ ਹੈ। ਉਹ ਕਹਿੰਦਾ ਨਾ ਗੌਤਮ ਬੁੱਧ ਕਹਿੰਦਾ ਡੋਂਟ ਫਾਈਟ ਫਾਇਰ ਵਿਦ ਫਾਇਰ, ਕ੍ਰੀਏਟ ਵਾਟਰ। ਕਿ ਤੈਨੂੰ ਫਾਇਰ ਕੀ ਜ਼ਰੂਰਤ, ਤੂੰ
ਪਾਣੀ ਬਣਾਏਗਾ ਤੇ ਉਹ ਖਤਮ ਹੋ ਜਾਏਗਾ। ਤੇ ਮੈਂ ਕਿਹਾ ਬਈ ਅਗਰ ਤੁਹਾਨੂੰ ਇਹ ਮਸਲਾ ਹੈ ਤੇ then you create water by making water ਦਾ ਮਤਲਬ ਹੈ ਸ਼ਾਪ ਦਾ ਕਿ ਬਈ ਅਗਰ ਇੰਨਾ ਗੁੱਸਾ ਹੈ ਤਾਂ ਪਾਣੀ ਤੇ ਕ੍ਰੀਏਟ ਕਰੋ ਐਟਲੀਸਟ। ਮੇਰਾ ਮਤਲਬ ਹੈ ਕਿ और कोएग्जिस्टेंस और मतलब जखियां बहुत जरूरी और पंजाब का तो रिवायत ही है। ਮੇਰਾ ਇੱਕ ਯਾਰ ਸੀ ਰਿਚਰਡ ਡਨਿੰਗ, ਬਹੁਤ ਵੱਡਾ ਸਾਈਕੈਟ੍ਰਿਸਟ ਵੀ ਹੈਗਾ, ਤੇ ਉਹ ਸਾਡੇ ਨਾਲ ਬੜੀ ਯਾਰੀ ਸੀ। ਤਾਂ ਆਪਣੇ ਅਸੀਂ ਜਾ ਕੇ ਉਹਨਾਂ ਨਾਲ ਵਰਕਸ਼ਾਪ ਵੀ ਕਰਦੇ ਸੀ। ਤੇ ਸੀਗਾ ਬੜਾ ਐਕਸੈਂਟਰਿਕ। ਅਸੀਂ ਇੱਕ ਦਿਨ ਉਹਦੇ ਘਰ ਬੈਠੇ ਤੇ ਮੈਂ ਉਹਨੂੰ ਕਿਹਾ, ਰਿਚਰਡ, ਜਦੋਂ ਮੈਂ ਇੱਥੇ ਆਇਆ ਸੀ ਇੰਗਲੈਂਡ ਵਿੱਚ, ਉਦੋਂ ਲੋਕ ਇੱਕ ਦੂਸਰੇ ਨੂੰ ਜੱਫੀ ਪਾਉਂਦੇ ਸੀ ਤੇ ਚੁੰਮੀਆਂ ਕਰਦੇ ਸੀ। ਮੈਂ ਕਿਹਾ ਹੁਣ ਸਾਰਾ ਸੀਨ ਹੀ ਬਦਲ ਗਿਆ ਹੈਗਾ। ਮੈਂ ਕਿਹਾ ਤੂੰ ਆ ਗਈ। ਉਹ ਮੈਨੂੰ ਕਹਿੰਦਾ ਲੈਟਸ ਸਟਾਰਟ ਟੁਡੇ। ਅਮਰੀਕਾ ਵਿੱਚ ਜ਼ਿਆਦਾ ਆਪਾਂ ਚੁੰਮੀਆਂ ਕਰਦੇ। ਅਮਰੀਕਾ ਵਿੱਚ ਕਿਤੇ ਜ਼ੋਰ ਨਹੀਂ ਸੀ ਐਸੀ ਜਗ੍ਹਾ ਤੇ ਕਿ ਬਈ ਜਿੱਥੇ ਜ਼ਰਾ ਫੈਸਟੀਵਿਟੀ ਤੇ ਇੱਕ ਦੋ ਔਰਤਾਂ ਖੜੀਆਂ ਹੁੰਦੀਆਂ, ਫ੍ਰੀ ਹੱਗ ਯਾਨੀ ਕਿ ਉੱਥੇ ਕੋਈ ਬੰਦਾ ਹੱਗ ਹੀ ਨਹੀਂ ਕਰਦਾ, ਜੋ ਫ੍ਰੀ ਹੱਗ ਹੈ ਜੋ ਵੀ ਤੁਸੀਂ ਚਲੋ तो मतलब ह्यूमन टच नहीं है ना, मतलब वो सेंसोरियल जो होता है एक लम्स जो है वो बहुत जरूरी है ना। ਇੱਥੇ ਇਹ ਬਹੁਤ ਕਦੋਂ ਬਣੇਗਾ? ਇੱਥੇ ਇਹ ਬਣ ਰਿਹਾ ਨਾ, ਇਹ ਬੜਾ ਖੂਬਸੂਰਤ ਮਾਹੌਲ ਹੈ। ਇਹ ਜਾਲੀ ਹੈ। जब भी है ਮੇਰੇ ਤੋਂ ਨਹੀਂ ਪੜ ਰਹੇ। ਇਹਦੇ ਜਵਾਬ ਕੇ ਲੈਟਸ ਸਟਾਰਟ ਮੈਂ ਕਿਹੜੀ ਨੂੰ ਰੋਕਿਆ? नहीं मैं दसा कि असल जी सैरेबरल नॉलेज या जो भी होता है, मतलब किताबां फलसफे नजरियात वो सैरेबरल है असल, वो कोई गल नहीं, उन्हें पढ़ते रहना चाहिए। लेकिन जो ऑर्गेनिक टच है यानी सेंसिस के जरिए, म्यूजिक के जरिए, शायरी के जरिए, आर्ट के जरिए, वो बहुत बड़ी गल है। वो तो बड़े बड़े ਤੁਹਾਡੀ ਨੈਸ਼ਨੈਲਿਟੀ भी खत्म कर देगा। हिंदू मुसलमान आराम जफ्फियां पा रहे होंगे क्योंकि वो बाइंडिंग फोर्स, आर्ट इज द ग्रेटेस्ट जिन्हों कहते हैं empowering एक्सपीरियंस। मोस्ट पावरफुल बंदा बैठा है, वो देखो जी जनरल मुशर्रफ बैठा है, वो अहमद अली खान उन्होंने कुत्ते का गाउन कर लागी रे तो सुन लागी, वो कह रहा लागी रे, वो कहना नहीं लागी रे तो सुन लागी, जनरल को आ देता उन्हें। पावर ऑफ द आर्ट है ओवर, हाँ कम्युनिकेशन नहीं, मैजिक है। अगले जो गांधी साहब तो राजा रियाज की एक मिथ है, मतलब सिंधी एक लेजेंड है कि वो राजा रियाज जरा सी वो बीजल जरा सी एक मतलब उस बजांदा सी यूं साज खमाज, तो बहुत आला सी बीजल। तो बीजल ने जो बजाया हो तो राजा रियाज ने कहा कि तू की मंगना है, और कहा मैनू तेरा सिर चाहिए। तो उन्हें अपना सिर ला के उन्हें कहा तो बड़ी मामूली तो चीज़ मंगी। अच्छा उन्हें दे दी, थोड़ा देखो सिंबॉलिक है ना, मैटाफर है। ये तार नाल ओदा गला कट रहे हैं, तार नाल म्यूजिक गला कट रहा ओनू दे रहे सा। तुसी जो म्यूजिक सुनते हो ना, तुसी इंज करते हो है कि है यू आर गिविंग योर हेड कुर्बान। ਗਲਤੀ आर्ट की पावर है, और जे सानू ये गल समझ आ जाए तो तुहानू पॉलिटिशियन रेडी पुट्टी छोटे छोटे लगणगे, बिल्कुल मामूली बंदे, कुली चौरासी बकवास लेवल ही कोई नहीं। जानवर जे तुसी उत्थे आ जाओगे। और मैं एक दिन सलामत अली खान साहब गाना गा रहे सन,
ਤੇ ਮੈਂ ਉਹਨਾਂ ਦੇ ਸਾਹਮਣੇ ਬੈਠਾ ਸੀ ਤੇ ਉਹ ਅਮਰੀਕਨ ਕਾਉਂਸਲਰ ਦਾ ਘਰ ਸੀ ਔਰ ਤੇ ਜ਼ਾਹਿਰ ਹੈ ਉਹਦੇ ਬਿਊਰੋਕਰੈਟਸ ਤੇ ਲੋਕ ਆਏ ਮੈਂ ਥੱਲੇ ਬੈਠਾ ਸੀ ਉਹਨਾਂ ਦੇ ਸਾਹਮਣੇ ਤੇ ਉਹ ਪਿੱਛੇ ਨਾ ਸੋਫੇ ਸਨ ਲੋਕ ਥੱਲੇ ਵੀ ਬੈਠੇ ਸੀ ਸੋਫੇ ਤੇ ਸੋਫਿਆਂ ਤੇ ਉਹ ਬੈਠੇ ਸਨ ਕੋਈ ਪਾਵਰਫੁਲ ਲੋਕ ਬਿਊਰੋਕਰੈਟਸ ਤੇ ਮੈਂ ਗਾਣਾ ਸੁਣ ਰਿਹਾ ਤੇ ਮੈਨੂੰ ਪਿੱਛੋਂ ਕਿਸੇ ਨੇ ਹੱਥ ਦੱਸਿਆ ਉਹਨੇ ਕਿਹਾ ਜੀ ਉਹ ਜਿਹੜਾ ਸੋਫੇ ਤੇ ਬੈਠਾ ਸੀ ਬੰਦਾ ਚੱਡੇ ਖੋਲ ਕੇ ਐਂ ਲਾ ਕੇ ਪੜਾ ਉਹ ਕਹਿੰਦਾ ਜੀ ਤਸਵੀਰ ਮੈਂ ਖਿੱਚ ਰਿਹਾ ਤੇ ਐਨ ਬੰਦੇ ਨੂੰ ਬਾਹਰ ਐਨ ਨੂੰ ਇੱਧਰ ਬੜਾ ਗੁੱਸਾ ਚੜਿਆ ਮੈਂ ਕਿ ਖਬਰਦਾਰ ਤੂੰ ਅੰਗਰੇਜ਼ੀ ਦਾ ਮੈਨੂੰ ਡਿਸਟਰਬ ਨਾ ਕਰ ਬੜੀ ਗਾਲਾਂ ਦੇ ਲੱਗੀ ਉਹ ਕੁੜੀ ਨੇ ਜਾ ਕੇ ਉਹਨੂੰ ਕਿਹਾ ਕਿ ਉਹ ਬੰਦਾ ਤੇ ਤੈਨੂੰ ਗਾਲਾਂ ਕੱਢ ਦੇ ਯਾਰ ਉਹ ਗਾਣਾ ਸ਼ਾਣਾ ਹੋ ਗਿਆ ਜਿਸ ਤਰ੍ਹਾਂ ਅਸੀਂ ਜਾ ਰਹੇ ਸੀ ਤੇ ਉਹ ਉੱਥੇ ਖੜਾ ਆਪਣੇ ਕੁੱਤਿਆਂ ਨਾਲ ਮਤਲਬ ਰਿਲੇਸ਼ਨ ਦੇ ਚੋਰੀ ਸਾਰੇ ਤੇ ਉਹ ਲੋਕ ਜਾ ਰਹੇ ਨੇ ਤੇ ਮੈਂ ਜਾ ਰਿਹਾ ਮੈਂ ਐਸੇ ਪਹੁੰਚਿਆ ना तो मुझे कहता है देखो बात सुनो हम तलवार से बंदे का गला उड़ाते थे हमने किया ना मैंने मैं कहा सर एनी बुचर कैन डू इट मैं कहा कोई कसाई भी कर सकता मैं कहा सर एनी बुचर कैन डू इट से समथिंग ब्यूटीफुल दैट आई कट माय थ्रोट एंड गिव इट टू यू सोनी गल कर भाई सोनी गल कर ਅਸੀਂ ਤੇਰੇ ਕਦਮਾਂ 'ਚ ਪੈ ਜਾਂਦੇ ਉਹਨੂੰ ਮੈਂ ਬੋਲਣ ਨਹੀਂ ਦਿੱਤਾ ਮੈਂ ਉੱਚੀ ਸਾਰੀ ਆਵਾਜ਼ ਦਿੱਤੀ ਵਿਕਟੋਰੀਆ ਉਹ ਜਿਹੜੀ ਔਰਤ ਸੀ ਸਲਮਾਨ ਮੈਂ ਗੈਟ ਦ ਕਿਚਨ ਨਾਈਫ Oh God. ਉਹਨੇ ਕਿਹਾ ਕੀ ਹੋਇਆ ਮੈਂ ਕਿਹਾ ਦਿਸ ਮੈਨ ਵਾਂਟਸ ਟੂ ਸਲੌਟਰ ਮੀ ਉਹ ਹੁਣ ਐਮਬੈਰਸ ਹੋ ਗਿਆ ਬਈ ਲੀਡ ਸੁਸਾਇਟੀ ਬੜਾ ਅਜੀਬ ਕਹਿੰਦਾ ਜੈਂਟਲਮੈਨ ਆਈ ਵੈਰੀ ਸੌਰੀ ਮੈਂ ਕਿਹਾ ਨੋ ਸਰ ਲੈਟਸ ਹੈਵ ਇਟ ਨੋ ਪ੍ਰੋਬਲਮ ਅੱਛਾ ਤੇ ਮੇਰਾ ਮਤਲਬ ਕਿ ਤੂੰ ਸੋਹਣੀ ਗੱਲ ਕਰ ਅਸੀਂ ਤੇਰੇ ਕਦਮਾਂ 'ਚ ਬਹਿ ਜਾਵਾਂਗੇ ਕੋਈ ਮੈਜਿਕ ਹੈ ਤੇਰੇ ਕੋਲ ਐਵੇਂ ਤੂੰ ਸਾਡੇ ਸਿਰ ਤੇ ਚੜੀ ਸਾਰਿਆਂ ਨੂੰ ਨਾ ਛੇੜ ਮਲੰਗਾ ਨੂੰ ਕੋਈ ਸਾਨੂੰ ਤੂੰ ਆਪਣਾ ਕੰਮ ਕਰ ਸਾਨੂੰ ਬਖਸ਼ ਦੇ ਇਹ ਜਿਹੜਾ ਹੁੰਦਾ ਇੰਪੋਜ਼ ਕਰਨਾ ਯਾਨੀ ਕਿ ਉਹ ਗॉड ਲਾਈਕ ਮਿਲਣਾ ਗॉड ਲਾਈਕ ਗॉड ਬਣ ਕੇ ਤੁਹਾਨੂੰ ਮਿਲ ਰਿਹਾ ਬੰਦਾ ਉਹਨੂੰ ਹਿਊਮਨਾਈਜ਼ ਕਰਨਾ ਜ਼ਰੂਰੀ ਹੈ ਬਾਬਰੇ ਮਜ਼ੇ ਲੈਣੇ ਚਾਹੀਦੇ ਨੇ ਪਲੇਜ਼ਰ ਲਾਈਫ ਇਜ਼ ਪਲੇਜ਼ਰ ਔਰ ਆਰਟ ਜਿਹੜਾ ਉਹ ਤਾਂ ਮੋਸਟ ਖੂਬਸੂਰਤ ਤਰੀਨ ਐਕਸਪ੍ਰੈਸ਼ਨ ਹੈ ਹਿਊਮਨ ਐਕਸਪ੍ਰੈਸ਼ਨ ਇਹੀ ਤੇ ਬਚਾ ਕੇ ਰੱਖਿਆ ਹੈ ਦੁਨੀਆ ਨੂੰ ਵਰਨਾ ਤੇ ਹੈ ਤੇ ਦੁਨੀਆ ਤੇ ਹੈ ਲੈ ਚਲੋ